ਪਹਿਲਾ ਪਹਿਰਾ ਅਗਨ ਹਿਵੈ ਘਰ ਬਾਂਦਾ, ਭੋਜਨ ਸਾਰ ਕਰਾਈ। ਸਗਲੇ ਦੁਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਈ। ਧਰ ਤਾਰਾਜੀ ਅੰਬਰ ਤੋਲੀ, ਪਿਛੈ ਟੰਕ ਚੜਾਈ। ਇਹ ਵੱਡ ਵਧਾ ਮਾਵਾ ਨਾਹੀ, ਸਭ ਸੈ ਨੱਥ ਚਲਾਈ। ਏਤਾ ਤਾਣ ਹੋਵੇ ਮਨ ਅੰਦਰ, ਕਰੀ ਪੇ ਆਖ ਕਰਾਈ। ਜੇ ਵੱਡ ਸਾਹਿਬ ਤੇ ਵੱਡ ਦਾਤੀ, ਦੇ ਦੇ ਕਰੇ ਰਜਾਈ। ਨਾਨਕ ਨਦਰ ਕਰੇ ਜਿਸ ਉੱਪਰ, ਸਚ ਨਾਮ ਵਡਿਆਈ। ਮਹੱਲਾ ਦੂਜਾ। ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ। ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ। ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ। ਪੌੜੀ। ਵਿਣ ਸੱਚੇ ਸਭ ਕੂੜ, ਕੂੜ ਕਮਾਈਐ। ਵਿਣ ਸੱਚੇ ਕੂੜਿਆਰ, ਬੰਨ ਚਲਾਈਐ। ਵਿਣ ਸੱਚੇ ਤਨ ਛਾਰ, ਛਾਰ ਰਲਾਈਐ। ਵਿਣ ਸੱਚੇ ਸਭ ਭੁੱਖ, ਜੇ ਪੈਜੈ ਖਾਈਐ। ਵਿਣ ਸੱਚੇ ਦਰਬਾਰ, ਕੂੜ ਨਾ ਪਾਈਐ। ਕੂੜੈ ਲਾਲਚ ਲਗ, ਮਹਿਲ ਖੁਆਈਐ। ਸਭ ਜਗ ਠੱਗਿਓ ਠੱਗ, ਆਈਐ ਜਾਈਐ। ਤਨ ਮਹਿ ਤ੍ਰਿਸ਼ਨਾ ਅਗ, ਸ਼ਬਦ ਬੁਝਾਈਐ। ਸਭ ਜਗ ਠੱਗਿਓ ਠੱਗ, ਆਈਐ ਜਾਈਐ। ਤਨ ਮਹਿ ਤ੍ਰਿਸ਼ਨਾ ਅਗ, ਸ਼ਬਦ ਬੁਝਾਈਐ। ਸਤਿਗੁਰੂ ਗਰੀਬ ਨਵਾਜ
ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਸਰਵਰੇ ਕਾਇਨਾਤ, ਜੁਗੋ ਜੁਗ ਅਟਲ, ਦੀਨ ਦੁਨੀਆ ਦੇ ਪਾਤਸ਼ਾਹ, ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਹਜ਼ੂਰ ਦੀ ਅਪਾਰ ਕਿਰਪਾ ਰਹਿਮਤ ਹੋਈ। ਸਤਿਗੁਰ ਜੀਆਂ ਦੀ ਪਾਵਨ ਗੋਦ ਵਿੱਚ ਸੱਜ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ। ਅੱਜ ਦਾ ਪਾਵਨ ਸ਼ਬਦ ਮਾਝ ਕੀ ਵਾਰ ਦੀ 19ਵੀਂ ਪੌੜੀ ਹੈ। ਨਾਲ 2 ਸ਼ਲੋਕ ਗੁਰੂ ਨਾਨਕ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਦਰਜ ਨੇ। 147 ਅੰਕ ਪੁਰ ਸੁਭਾਇਮਾਨ ਨੇ। ਆਓ ਸਤਿਗੁਰ ਜੀ ਦੇ ਪਾਵਨ ਬਚਨਾਂ ਨਾਲ ਜੁੜੀਏ। ਹਜ਼ੂਰ ਵੱਲੋਂ ਬਖਸ਼ਿਸ਼ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਵਿੱਚ ਸਾਹਿਬ ਨੇ ਕਿਰਪਾ ਕੀਤੀ। ਪੌੜੀ ਵਿਣ ਸੱਚੇ ਸਭ ਕੂੜ। ਹਜ਼ੂਰ ਆਖਦੇ ਸੱਚੇ ਤੋਂ ਬਿਨਾ ਸਭ ਕੁਝ ਝੂਠ ਹੈ, ਕੂੜ ਹੈ। ਕੂੜ ਕਮਾਈ ਹੈ। ਤੇ ਜੇ ਸਾਡੀ ਵੀ ਸੱਚੇ ਪਰਮੇਸ਼ਰ ਨਾਲ ਸਾਂਝ ਨਹੀਂ ਤੇ ਅਸੀਂ ਵੀ ਕੂੜ ਕਮਾ ਰਹੇ ਹਾਂ। ਅਸੀਂ ਵੀ ਝੂਠੇ ਧੰਦਿਆਂ ਵਿੱਚ ਪਰਚੇ ਹੋਏ ਹਾਂ। ਵਿਣ ਸੱਚੇ ਕੂੜਿਆਰ ਬੰਨ ਚਲਾਈਐ। ਤੇ ਆਖਦੇ ਜੋ ਝੂਠ ਹੈ, ਕੂੜਿਆਰ ਹੈ, ਉਹਨੇ ਸਾਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਸੱਚੇ ਪਰਮੇਸ਼ਰ ਤੋਂ ਬਿਨਾ ਉਹ ਸਾਨੂੰ ਚਲਾ ਰਿਹਾ ਹੈ, ਸਾਨੂੰ ਕੂੜ ਚਲਾ ਰਿਹਾ ਹੈ। ਵਿਣ ਸੱਚੇ ਤਨ ਛਾਰ, ਛਾਰ ਰਲਾਈਐ। ਹਜ਼ੂਰ ਕਹਿੰਦੇ ਸੱਚੇ ਤੋਂ ਬਿਨਾ ਇਹ ਜਿਹੜਾ ਤਨ ਹੈ, ਸਰੀਰ ਹੈ, ਇਹ ਛਾਰ ਹੈ। ਆਖਣ ਲੱਗੇ ਸਵਾਹ ਵਰਗਾ ਹੈ ਤੇ ਛਾਰ ਵਿੱਚ ਰਲਿਆ ਹੋਇਆ ਹੈ। ਇਹ ਛਾਰ ਵਿੱਚ ਰਲਿਆ ਹੋਇਆ ਸਰੀਰ, ਕਿਉਂਕਿ ਇਹਦੀ ਸੱਚੇ ਨਾਲ ਸਾਂਝ ਨਹੀਂ ਬਣੀ। ਵਿਣ ਸੱਚੇ ਸਭ ਭੁੱਖ, ਜੇ ਪਹਿਜੇ ਖਾਈਐ। ਹੁਣ ਕਹਿੰਦੇ ਅਸੀਂ ਪਹਿਨਦੇ ਵੀ ਹਾਂ, ਖਾਂਦੇ ਵੀ ਹਾਂ, ਹੰਡਾਉਂਦੇ ਵੀ ਹਾਂ, ਇਹ ਜੀਵਨ ਜੂ ਰਹੇ ਹਾਂ। ਪਰ ਜੇ ਪਰਮੇਸ਼ਰ ਦੀ ਯਾਦ ਨਹੀਂ, ਸ਼ੁਕਰਾਨਾ ਨਹੀਂ, ਤੇ ਅਸੀਂ ਫਿਰ ਵੀ ਇੰਨਾ ਕੁਝ ਹੰਡਾਉਂਦੇ ਹਾਂ, ਇੰਨਾ ਕੁਝ ਖਾਂਦੇ ਹਾਂ, ਤਾਂ ਵੀ ਆਖਦੇ ਹਾਂ ਜੀ ਕੁਝ ਮਿਲਿਆ ਨਹੀਂ, ਕੁਝ ਹੈ ਨਹੀਂ। ਕਿਉਂ? ਮਹਾਰਾਜ ਕਹਿੰਦੇ ਵਿਣ ਸੱਚੇ ਸਭ ਭੁੱਖ। ਜੇ ਉਹਦੇ ਨਾਲ ਪ੍ਰੇਮ ਨਹੀਂ, ਫਿਰ ਮਹਾਰਾਜ ਕਹਿੰਦੇ ਇਹ ਤਨ ਸ਼ਾਰਦੇ ਨਿਆਈ ਹੈ, ਉਹਦੇ ਬਿਨਾਂ ਕੂੜਿਆਰ ਹੈ ਸਾਰਾ ਕੁਝ। ਤੇ ਅਸੀਂ ਸਤਿਗੁਰਾਂ ਦੇ ਬਚਨ ਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਜੇ ਇਹ ਸਾਰਾ ਕੁਝ ਕੂੜ ਹੈ, ਫਿਰ ਇਹ ਸੰਸਾਰ ਸੱਚੇ ਦੀ ਕੋਠੜੀ ਕਿਵੇਂ? ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਫਿਰ ਸੰਸਾਰ ਸੱਚੇ ਦੀ ਕੋਠੜੀ ਕਿਵੇਂ ਹੈ? ਇਹਦੇ ਵਿੱਚ ਸੱਚੇ ਦਾ ਵਾਸ ਕਿਵੇਂ? ਤੇ ਮਹਾਰਾਜ ਨੇ ਉੱਥੇ ਇਹ ਬਖਸ਼ਿਸ਼ ਕੀਤੀ ਹੈ ਕਿ ਜੇ
ਅਸੀਂ ਸੱਚ ਨਾਲ, ਸਤ ਨਾਲ, ਗੁਰੂ ਨਾਲ, ਪਰਮੇਸ਼ਰ ਨਾਲ ਜੁੜੇ ਹੋਏ ਹਾਂ, ਫਿਰ ਅਸੀਂ ਉਸ ਸੱਚ ਦੇ ਨੇੜੇ ਹਾਂ ਅਤੇ ਇਹ ਸਮਝ ਪੈਂਦੀ ਹੈ ਕਿ ਇਹ ਸਾਰਾ ਕੁਝ ਵਿਣਸ ਜਾਏਗਾ, ਮੁੱਕ ਜਾਏਗਾ। ਇਹ ਸਦੀਵੀ ਰਹਿਣ ਵਾਲਾ ਨਹੀਂ। ਸੱਚੇ ਨਾਲ ਜੁੜ ਕੇ ਇਹ ਸਾਂਝ ਪੈਂਦੀ ਹੈ, ਅਤੇ ਜਦੋਂ ਇਹ ਸਾਂਝ ਪੈਂਦੀ ਹੈ ਫਿਰ ਸਾਡਾ ਜਿਹੜਾ ਮੋਹ ਹੈ, ਸਾਡੀ ਜਿਹੜੀ ਖਿੱਚ ਹੈ, ਉਹ ਪ੍ਰੇਮ ਵਿੱਚ, ਪਿਆਰ ਵਿੱਚ, ਭਾਵ ਵਿੱਚ ਤਬਦੀਲ ਹੁੰਦੀ ਹੈ। ਸ਼ੁਕਰਾਨੇ ਵਿੱਚ ਸਿਰ ਸਿਜਦਾ ਕਰਦਾ। ਇਸ ਕਰਕੇ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ। ਅੰਦਰ ਖਾਲੀ ਪ੍ਰੇਮ ਬੇਣ, ਅੰਦਰ ਖਾਲੀ ਪ੍ਰੇਮ ਬੇਣ, ਢਹਿ ਢੇਰੀ ਤਨ ਛਾਰ, ਢਹਿ ਢੇਰੀ ਤਨ ਛਾਰ। ਅੰਦਰ ਖਾਲੀ ਪ੍ਰੇਮ ਬੇਣ, ਅੰਦਰ ਖਾਲੀ ਪ੍ਰੇਮ ਬੇਣ। ਆਖਦੇ ਇਹ ਤਨ ਛਾਰ ਦੇ ਨਿਆਈ ਹੈ, ਜੇ ਅੰਦਰ ਪ੍ਰੇਮ ਨਹੀਂ। ਵਿਣ ਸੱਚੇ ਤਨ ਛਾਰ, ਛਾਰ ਰਲਾਈ ਹੈ। ਵਿਣ ਸੱਚੇ ਸਭ ਭੁੱਖ, ਜੇ ਪੈਜੇ ਖਾਈ ਹੈ। ਅਤੇ ਰੋਜ਼ ਅਸੀਂ ਇਹ ਬਚਨ ਪੜ੍ਹਦੇ ਹਾਂ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ। ਆਖਣ ਲੱਗੇ ਪੰਡਾਂ ਬੰਨੀਆਂ ਹੋਈਆਂ ਨੇ, ਪਰ ਤਾਂ ਵੀ ਭੁੱਖ ਨਹੀਂ ਉਤਰੀ। ਇੱਕ ਉਹ ਹੈ ਜਿਹਦੇ ਕੋਲ ਕੁਝ ਵੀ ਨਹੀਂ, ਪਰੰਦੇ ਨਾ ਗਿਰਾ ਜ਼ਰ, ਦਰਖਤ ਆਬ ਆਸ ਕਰ। ਅਸੀਂ ਬਚਨ ਪੜ੍ਹਿਆ ਮਹਾਰਾਜ ਜੀ ਦਾ ਕਿ ਜਿਹੜੇ ਉਹਨਾਂ ਪਰਿੰਦਿਆਂ ਵਰਗੇ ਨੇ ਜਿਨ੍ਹਾਂ ਨੂੰ ਕੋਈ ਲਾਲਸਾ ਹੀ ਨਹੀਂ। ਜਿਵੇਂ ਉਹ ਇਕੱਤਰ ਨਹੀਂ ਕਰਦੇ, ਉਹਨਾਂ ਨੂੰ ਆਸ ਹੈ ਕਿ ਇੰਨੇ ਦਰਖਤ ਨੇ, ਇੰਨੇ ਆਬ ਨੇ, ਦਰਿਆ ਨੇ, ਪਾਣੀ ਮਿਲ ਜਾਣਾ, ਸਾਨੂੰ ਖਾਣ ਵਾਸਤੇ ਭੋਜਨ ਮਿਲ ਜਾਣਾ। ਦਸਤ ਏਕ ਦਿਗਰ ਕੋਈ, ਏਕ ਤੂੰ ਹੀ, ਏਕ ਤੂੰ ਭਰੋਸਾ ਰੱਖਿਆ ਹੋਇਆ। ਜਦੋਂ ਅਸੀਂ ਇਸ ਭਰੋਸੇ ਜਾਵਾਂਗੇ, ਭੁੱਖ ਮਿਟ ਜਾਏਗੀ। ਉਸ ਸੱਚੇ ਤੋਂ ਬਿਨਾਂ ਖਾਂਦਿਆਂ ਪਹਿਨਦਿਆਂ ਵੀ ਅਸੀਂ ਆਖਦੇ ਹਾਂ ਜੀ ਸਾਡੇ ਕੋਲ ਕੁਝ ਹੈ ਨਹੀਂ। ਪਰ ਬਾਣੀ ਕੀ ਆਖਦੀ, ਬਹੁਤਾ ਕਹੀ ਹੈ ਬਹੁਤਾ ਹੋਏ। ਜੋ ਕੁਝ ਸਾਡੇ ਕੋਲ ਹੈ, ਅਸੀਂ ਜਦੋਂ ਉਹਦਾ ਸ਼ੁਕਰਾਨਾ ਕਰਾਂਗੇ, ਅਤੇ ਇਹੀ ਸਭ ਤੋਂ ਵੱਡੀ ਤਾਕਤ ਹੈ ਜਿਹਨੇ ਸਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕੀਤੀ ਹੈ। ਗੁਰੂ ਕੇ ਸਿੱਖ ਜਿਹੜੇ ਆਪਣੇ ਘਰਾਂ ਤੋਂ ਨਿਕਲ ਕੇ ਜੰਗਲਾਂ ਬੇਲਿਆਂ 'ਚ ਰਹਿੰਦੇ ਨੇ, ਜਿਹੜੇ ਘੋੜਿਆਂ ਦੀਆਂ ਕਾਠੀਆਂ 'ਤੇ ਸੌਂਦੇ ਨੇ, ਨਾ ਜਿਨ੍ਹਾਂ ਕੋਲ ਕੋਈ ਪਹਿਨਣ ਵਾਸਤੇ ਚੰਗੇ ਬਸਤਰ ਨੇ, ਨਾ ਉਹਨਾਂ ਦੇ ਕੋਲ ਖਾਣ ਵਾਸਤੇ ਇੱਕ ਥਾਂ 'ਤੇ ਟਿਕ ਕੇ ਬਹਿਣ ਵਾਸਤੇ ਕੋਈ ਥਾਂ ਹੈ, ਉਹ ਘੋੜਿਆਂ ਦੀਆਂ ਕੋਠੀਆਂ 'ਤੇ ਸੌਂਦਿਆਂ, ਇੱਕ ਥਾਂ ਤੋਂ ਦੂਜੀ ਥਾਂ 'ਤੇ ਸਫ਼ਰ ਕਰਦਿਆਂ, ਬਸ ਉਹਨਾਂ ਕੋਲ ਇੱਕੋ ਹੀ ਸ਼ਬਦ ਹੈ, ਅਤੇ ਉਹ ਹੈ ਕਿ ਇਹ ਸਾਰਾ ਉਹਦੇ ਭਾਣੇ ਵਿੱਚ ਹੈ, ਇਹ ਗੁਰੂ ਕੇ ਭਾਣੇ ਵਿੱਚ ਹੈ, ਅਤੇ ਅਸੀਂ ਜਿੱਥੇ ਵੀ ਹੋਈਏ ਅਸੀਂ ਚੜ੍ਹਦੀ ਕਲਾ ਵਿੱਚ ਹਾਂ। ਇਹ ਤਾਕਤ ਝੁਕਣ ਨਹੀਂ ਦਿੰਦੀ। ਮਹਾਰਾਜ ਕਿਰਪਾ ਕਰਦੇ, ਵਿਣ ਸੱਚੇ ਦਰਬਾਰ ਕੂੜ ਨਾ ਪਾਈਐ। ਆਖਦੇ ਸਾਨੂੰ ਕੂੜ ਦੀ, ਝੂਠ ਦੀ ਸਮਝ ਨਹੀਂ ਪੈਂਦੀ।
ਜਦੋਂ ਤੱਕ ਸਾਡੀ ਸਾਂਝ ਸੱਚੇ ਦਰਬਾਰ ਨਾਲ ਨਹੀਂ ਬਣਦੀ, ਉਦੋਂ ਤੱਕ ਇਹ ਸਮਝ ਲੈ ਕਿ ਝੂਠ ਨਾਲ ਉਹਦੇ ਦਰਬਾਰ ਤੱਕ ਪਹੁੰਚ ਨਹੀਂ ਹੁੰਦੀ। ਵਿਣ ਸੱਚੇ ਦਰਬਾਰ ਆਖਦੇ ਸੱਚੇ ਤੋਂ ਬਿਨਾਂ ਉਹਦੇ ਦਰਬਾਰ ਤੱਕ ਪਹੁੰਚ ਨਹੀਂ ਹੋਣੀ। ਕੂੜ ਝੂਠ ਨਾਲ ਨਾ ਪਾਈਏ, ਪ੍ਰਾਪਤੀ ਨਹੀਂ ਹੋ ਸਕਦੀ। ਕੂੜੈ ਲਾਲਚ ਲੱਗ ਮਹਿਲ ਖੁਆਈਐ। ਇਸ ਕਰਕੇ ਜਦੋਂ ਤੱਕ ਝੂਠੇ ਲਾਲਚ ਵਿੱਚ ਲੱਗੇ ਰਵਾਂਗੇ, ਉਦੋਂ ਤੱਕ ਇਸ ਮਹਿਲ ਤੋਂ ਖੁੰਝੇ ਰਵਾਂਗੇ, ਦੂਰ ਰਵਾਂਗੇ। ਨਾ ਤੇ ਇਸ ਮਹਿਲ ਦਾ ਆਨੰਦ ਰਸ ਜਾਣ ਸਕਨੇ ਹਾਂ, ਤੇ ਜੋ ਮਹਾਰਾਜ ਸਾਨੂੰ ਬਖਸ਼ਿਸ਼ ਰੂਪ ਵਿੱਚ ਦੇ ਰਹੇ ਨੇ, ਨਾ ਸਾਨੂੰ ਉਹਦੀ ਪ੍ਰਾਪਤੀ ਹੋਏਗੀ। ਕਿਉਂਕਿ ਅਸੀਂ ਲਾਲਚ ਨਹੀਂ ਛੱਡਣਾ ਚਾਹੁੰਦੇ। ਤੇ ਮਹਾਰਾਜ ਕਿਰਪਾ ਕਰਦੇ, ਕੂੜੈ ਲਾਲਚ ਲੱਗ ਮਹਿਲ ਖੁਆਈਐ। ਸਭ ਜਗ ਠੱਗਿਓ ਠੱਗ। ਇਹ ਨਹੀਂ ਕਿ ਇੱਕ ਦੋ, ਮਹਾਰਾਜ ਕਹਿੰਦੇ ਸਾਰਾ ਜੱਗ ਹੀ ਇਹਦੇ ਵਿੱਚ ਠੱਗਿਆ ਹੋਇਆ ਹੈ। ਆਈਐ ਜਾਈਐ, ਆਉਣ ਜਾਣ ਤੇ ਬਣਿਆ, ਪਰ ਇਸ ਠੱਗੀ ਵਿੱਚੋਂ ਬਾਹਰ ਨਹੀਂ ਨਿਕਲਿਆ ਜਾਂਦਾ। ਤਨ ਮਹਿ ਤ੍ਰਿਸ਼ਨਾ ਅੱਗ। ਇਸ ਤਨ ਵਿੱਚ ਤ੍ਰਿਸ਼ਨਾ ਦੀ ਅੱਗ ਹੈ, ਫਿਰ ਕਿਵੇਂ ਬੁਝੇਗੀ? ਤੇ ਇੱਕ ਬਚਨ ਅਸੀਂ ਬਾਣੀ ਵਿੱਚੋਂ ਪੜ੍ਹਿਆ ਕਿ ਇਹ ਤ੍ਰਿਸ਼ਨਾ ਕੀ ਹੈ। ਹਜ਼ੂਰ ਕਿਰਪਾ ਕਰਦੇ, ਲੱਕੜਾਂ ਦੀ ਅੱਗ ਬਲ ਰਹੀ ਹੈ, ਤੇ ਬੰਦਾ ਇਹ ਸੋਚੇ ਕਿ ਇਹਦੇ ਵਿੱਚ ਮੈਂ ਹੋਰ ਲੱਕੜਾਂ ਪਾ ਦਿਆਂ, ਤਾਂ ਕਿ ਜਿਹੜੀ ਅੱਗ ਬਲਦੀ ਹੈ ਇਹਦੀ ਭੁੱਖ ਮਿਟ ਜਾਏ। ਹੁਣ ਕਹਿੰਦੇ ਭਾਵੇਂ ਟਣਾਂ ਦੇ ਟਣ ਉੱਥੇ ਲੱਕੜਾਂ ਦੇ ਢੇਰ ਲਾ ਦਿਓ, ਕੀ ਅੱਗ ਉਹਨਾਂ ਲੱਕੜਾਂ ਨੂੰ ਖਪਤ ਕਰਕੇ ਰੱਜ ਜਾਏਗੀ? ਤ੍ਰਿਸ਼ਨਾ ਇਹ ਚੀਜ਼ ਹੈ ਜਿਹਦੇ ਵਿੱਚ ਮਨ ਟਿਕਦਾ ਨਹੀਂ। ਜਿੱਥੇ ਮਹਾਰਾਜ ਕਹਿੰਦੇ ਅੱਗੇ ਤੋਂ ਅੱਗੇ ਲਾਲਸਾ ਵੱਧਦੀ ਹੈ, ਪਹਿਲਾਂ ਇੱਕ ਜੋੜਿਆ, ਫਿਰ 1000 ਜੋੜਿਆ, ਫਿਰ ਲੱਖ ਜੋੜਿਆ, ਫਿਰ ਕਰੋੜ ਵਾਲੇ ਪਾਸੇ ਤੁਰ ਪਿਆ ਬੰਦਾ। ਪਰ ਮਨ ਜਿਹੜਾ ਸੀ ਉਹ ਟਿਕਾਓ ਵਿੱਚ ਨਹੀਂ ਆਇਆ। ਇਹ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਤਨ ਮਹਿ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਐ। ਹਜ਼ੂਰ ਆਖਦੇ ਬੁਝ ਜਾਂਦੀ ਹੈ ਕਾਹਦੇ ਨਾਲ? ਗੁਰੂ ਕੇ ਸ਼ਬਦ ਨਾਲ, ਗੁਰੂ ਕੇ ਉਪਦੇਸ਼ ਨਾਲ। ਹਜ਼ੂਰ ਕਿਰਪਾ ਕਰੇ, ਉਪਦੇਸ਼ ਬਖਸ਼ਿਸ਼ ਕਰੇ, ਇਹ ਅੱਗ ਬੁਝ ਜਾਂਦੀ ਹੈ। ਪਰ ਜੇ ਕੋਈ ਇਹ ਆਖੇ ਕਿ ਇਹ ਇੱਦਾਂ ਬੁਝ ਜਾਏ ਕਿ ਜੋ ਕੁਝ ਚਾਹਤ ਹੋਵੇ ਅਸੀਂ ਉਹ ਇਹਨੂੰ ਵਿਖਾ ਦਈਏ, ਉਹ ਕਰ ਲਈਏ, ਫਿਰ ਇਹ ਮਿਟ ਜਾਏਗੀ, ਸਾਹਿਬ ਆਖਦੇ ਨਹੀਂ। ਸ਼ਲੋਕ ਮਹੱਲਾ ਪਹਿਲਾ। ਪਹਿਰਾ ਅਗਨ ਹਿਵੈ ਕਰ ਬਾਂਦਾ, ਭੋਜਨ ਸਾਰ ਕਰਾਈ। ਹਜ਼ੂਰ ਕਹਿੰਦੇ ਅੱਗ ਦੇ ਕੱਪੜੇ ਪਹਿਨ ਲਵਾਂ, ਬਰਫ਼ ਦੇ ਘਰ ਵਿੱਚ ਮੈਂ ਰਹਿਣਾ ਸ਼ੁਰੂ ਕਰ ਦਿਆਂ। ਮੇਰਾ ਜਿਹੜਾ ਭੋਜਨ ਹੈ ਸਾਰ ਲੋਹਾ, ਅੱਗ ਦੇ ਕੱਪੜੇ ਹੋਣ, ਬਰਫ਼ ਦਾ ਘਰ ਹੋਵੇ ਤੇ ਖਾਣ ਵਾਸਤੇ ਲੋਹਾ ਹੋਵੇ। ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹਾਕ ਚਲਾਈ। ਮੇਰੀ ਹਾਕ ਵੱਜੇ, ਆਵਾਜ਼ ਦੇ ਨਾਲ ਇਹ ਧਰਤੀ ਚੱਲੇ।
ਤੇ ਸਾਰੇ ਜਿਹੜੇ ਦੁੱਖ ਨੇ ਉਹਨਾਂ ਨੂੰ ਪਾਣੀ ਵਾਂਗ ਪੀ ਜਾਵਾਂ, ਇੱਕ ਘੁੱਟ ਵਿੱਚ, ਇੱਕ ਛਿਨ ਵਿੱਚ ਮੁਕਾ ਦੇਵਾਂ, ਖਪਤ ਕਰ ਦੇਵਾਂ। ਧਰ ਤਾਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ। ਆਖਦੇ ਸਾਰਾ ਅੰਬਰ ਤੋਲ ਦਿਆਂ, ਪਿੱਛੇ ਟੰਕ ਚੜਾ ਕੇ, ਚਾਰ ਮਾਸੇ ਪਾ ਕੇ ਦੂਜੇ ਪਾਸੇ ਅੰਬਰ ਪਾਵਾਂ ਤੇ ਸਾਰਾ ਕੁਝ ਤੋਲ ਦਿਆਂ। ਧਰ ਤਾਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ। ਏਵਡ ਵਧਾ ਮਾਵਾ ਨਾਹੀ। ਮੈਂ ਆਪਣੇ ਆਪ ਨੂੰ ਇੰਨਾ ਵੱਡਾ ਕਰ ਲਵਾਂ ਕਿ ਕੋਈ ਵੀ ਐਸੀ ਥਾਂ ਨਾ ਹੋਵੇ ਜਿੱਥੇ ਸਮਾ ਜਾਵਾਂ, ਜਿੱਥੇ ਆ ਸਕਾਂ। ਸਭ ਸੈ ਨੱਥ ਚਲਾਈ, ਤੇ ਸਾਰਾ ਕੁਝ ਮੇਰੇ ਕੋਲ ਹੋਵੇ, ਸਾਰੇ ਸੰਸਾਰ ਦੀ, ਸਾਰੇ ਜਗਤ ਦੀ ਨੱਥ ਮੇਰੇ ਕੋਲ ਹੋਵੇ। ਮੈਂ ਜਿਵੇਂ ਚਾਹਾਂ ਉਸੇ ਤਰ੍ਹਾਂ ਇਹਨਾਂ ਨੂੰ ਚਲਾ ਸਕਾਂ। ਏਤਾ ਤਾਣ ਹੋਵੇ ਮਨ ਅੰਦਰ। ਹਜ਼ੂਰ ਕਹਿੰਦੇ ਇੰਨਾ ਤਾਣ, ਇੰਨੀ ਤਾਕਤ ਹੋਵੇ ਇਸ ਮਨ ਦੇ ਅੰਦਰ। ਕਰੀ ਪੀ ਆਖ ਕਰਾਈ, ਤੇ ਜੋ ਚਾਹਾਂ ਉਹ ਕਰਾ ਸਕਾਂ। ਪਰ ਫਿਰ ਵੀ ਤੇਰੀ ਜਿਹੜੀ ਰਹਿਮਤ ਹੈ, ਤੇਰੀ ਜਿਹੜੀ ਬਖਸ਼ਿਸ਼ ਹੈ, ਉਹਦੀ ਕੀਮਤ ਹੈ, ਉਹਦਾ ਮੁੱਲ ਹੈ। ਕਿਉਂਕਿ ਅਸੀਂ ਜਦੋਂ ਜ਼ਿਕਰ ਕਰਾਂਗੇ ਤੇ ਅਸੀਂ ਤੇ ਬਹੁਤ ਛੋਟੀ ਜਿਹੀ ਗੱਲ ਨੂੰ ਲੈ ਕੇ ਆਖਾਂਗੇ ਜੀ ਆਹ ਮਿਲ ਜਾਏ, ਨਿੱਕੀ ਨਿੱਕੀਆਂ ਤ੍ਰਿਸ਼ਨਾਵਾਂ ਨੇ। ਮਹਾਰਾਜ ਕਹਿੰਦੇ ਮੇਰੇ ਕੋਲ ਇੰਨਾ ਕੁਝ ਹੋਵੇ, ਇੰਨੀ ਵੱਡੀ ਤ੍ਰਿਸ਼ਨਾ ਹੋਵੇ, ਇੰਨੀ ਵੱਡੀ ਮੰਗ ਹੋਵੇ ਕਿ ਜੋ ਚਾਹਾਂ ਇੱਕ ਬੋਲ ਨਾਲ ਕਰ ਸਕਾਂ। ਪਰ ਕੀ ਹੋਏਗਾ? ਇੰਨਾ ਕੁਝ ਮਿਲ ਜਾਣ ਨਾਲ, ਇੰਨਾ ਕੁਝ ਕਰ ਲੈਣ ਨਾਲ ਕੀ ਹੋਏਗਾ? ਤਾਂ ਵੀ ਸਾਹਿਬ ਕਹਿੰਦੇ ਕਰੀ ਪਿਆ ਕਰਾਈ। ਹੋਣਾ ਤੇ ਉਹੀ ਹੈ ਜੋ ਤੈਨੂੰ ਚੰਗਾ ਲੱਗਦਾ ਹੈ। ਜੇ ਵੱਡ ਸਾਹਿਬ ਤੇ ਵੱਡ ਦਾਤੀ। ਹਜ਼ੂਰ ਕਹਿੰਦੇ ਜੇ ਵੱਡ, ਜਿਵੇਂ ਪਿਆਰੇ ਨਾਲ, ਸਾਹਿਬ ਨਾਲ ਸਾਂਝ ਬਣ ਜਾਏ, ਤੇ ਵੱਡ ਦਾਤੀ, ਉੱਦਾਂ ਹੀ ਉਹਦੀਆਂ ਦਾਤਾਂ ਨਾਲ ਸਾਂਝ ਬਣਦੀ ਹੈ। ਕਿਵੇਂ? ਜਦੋਂ ਤੇ ਸੰਸਾਰੀ ਤੌਰ 'ਤੇ ਸੋਚਾਂਗੇ ਤਾਂ ਮਹਾਰਾਜ ਇੱਕ ਬਖਸ਼ਿਸ਼ ਕਰਦੇ, ਦਾਤ ਪਿਆਰੀ ਵਿਸਰਿਆ ਦਾਤਾ। ਮਹਾਰਾਜ ਕਹਿੰਦੇ ਪਹਿਲਾਂ ਅਸੀਂ ਆਖਦੇ ਹਾਂ ਸਾਨੂੰ ਆਹ ਮਿਲ ਜਾਏ, ਉਹ ਵਕਤ ਆਇਆ, ਸਮਾਂ ਆਇਆ, ਸਾਨੂੰ ਉਹ ਦਾਤ ਮਿਲ ਗਈ, ਸਾਨੂੰ ਦਾਤ ਚੰਗੀ ਲੱਗਣ ਲੱਗ ਗਈ ਤੇ ਦਾਤ ਦੇਣ ਵਾਲਾ ਭੁੱਲ ਗਿਆ, ਦਾਤਾਰ ਵਿਸਰ ਗਿਆ ਤੇ ਦਾਤ ਸਾਨੂੰ ਚੰਗੀ ਲੱਗਣ ਲੱਗ ਗਈ। ਪਰ ਇੱਥੇ ਐਸਾ ਨਹੀਂ। ਪਾਤਸ਼ਾਹ ਤੂੰ ਦਾਤਾਂ ਬਖਸ਼ੇ, ਜਿਵੇਂ ਮੈਂ ਤੈਨੂੰ ਪਿਆਰ ਕਰਾਂ ਉਸੇ ਤਰ੍ਹਾਂ ਤੇਰੀਆਂ ਦਾਤਾਂ ਨੂੰ ਵੇਖ ਕੇ ਤੇਰਾ ਸ਼ੁਕਰਾਨਾ ਕਰਾਂ ਕਿ ਮੇਰਾ ਇਹਦੇ 'ਚ ਕੁਝ ਨਹੀਂ, ਇਹ ਵੀ ਤਾਂ ਮੇਰੇ ਸਾਹਿਬ ਦਾ ਹੈ, ਮਾਲਕ ਦਾ ਹੈ। ਦੇ ਦੇ ਕਰੇ ਰਜ਼ਾਈ। ਆਖਦੇ ਤੇਰੀ ਰਜ਼ਾ ਹੋਵੇ ਤੇ ਮੇਰਾ ਰਾਜ ਹੋਵੇ, ਦੋਵੇਂ ਚੀਜ਼ਾਂ ਹੋਣ। ਨਾਨਕ ਨਦਰ ਕਰੇ ਜਿਸ ਉੱਪਰ। ਹੇ ਨਾਨਕ ਆਖ, ਉਹ ਸਾਹਿਬ, ਉਹ ਪਿਆਰਾ ਜਿਹਦੇ ਉੱਤੇ ਮਿਹਰ ਦੀ ਨਦਰ ਕਰਦਾ। ਸੱਚ ਨਾਮ ਵਡਿਆਈ। ਉਹਨੂੰ ਕੀ ਬਖਸ਼ਦਾ ਹੈ? ਸੱਚੇ ਨਾਮ ਦੀ ਵਡਿਆਈ, ਸਿਫਤ ਸਲਾਹ। ਨਾਨਕ ਨਦਰ ਕਰੇ ਜਿਸ ਉੱਪਰ। ਨਾਨਕ ਨਦਰ ਕਰੇ ਜਿਸ ਉੱਪਰ।
ਸਚ ਨਾਮ ਵਡਿਆਈ, ਸਚ ਨਾਮ ਵਡਿਆਈ। ਜਿਹਦੇ ਤੇ ਉਹ ਨਦਰ ਕਰਦਾ ਉਹਨੂੰ ਸੱਚੇ ਨਾਮ ਦੀ ਵਡਿਆਈ ਬਖਸ਼ ਦਿੰਦਾ ਹੈ। ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਪਾਤਸ਼ਾਹ ਮਹੱਲਾ ਦੂਜਾ। ਆਖਣ ਆਖ ਨ ਰੱਜਿਆ। ਹਜ਼ੂਰ ਕਹਿੰਦੇ ਅਸੀਂ ਕਿੰਨਾ ਬੋਲਦੇ, ਕਿੰਨਾ ਕੁਝ ਆਖਦੇ ਹਾਂ। ਕੀ ਸਾਡੀ ਆਖਣ ਦੀ ਭੁੱਖ ਮਿਟ ਜਾਂਦੀ ਹੈ? ਸੁਣਨ ਨਾ ਰੱਜੇ ਕੰਨ। ਕਿਉਂਕਿ ਪੌੜੀ ਵਿੱਚ ਮਹਾਰਾਜ ਨੇ ਤ੍ਰਿਸ਼ਨਾ ਦੀ ਗੱਲ ਕੀਤੀ ਹੈ, ਕੂੜ ਦੀ ਗੱਲ ਕੀਤੀ ਹੈ। ਉਹਦੇ ਨਾਲ ਸੰਬੰਧਿਤ ਸ਼ਲੋਕ ਹਜ਼ੂਰ ਦਰਜ ਕਰ ਰਹੇ। ਮਹਾਰਾਜ ਕਹਿੰਦੇ ਅਸੀਂ ਆਖਦੇ ਹਾਂ ਕਿ ਅਸੀਂ ਰੱਜ ਗਏ ਹਾਂ, ਅਸੀਂ ਸੁਣਦੇ ਹਾਂ। ਕੀ ਅਸੀਂ ਕਦੇ ਆਖਿਆ ਜੀ ਬਹੁਤ ਸੁਣ ਲਿਆ, ਸਾਡਾ ਰੱਜ ਹੋ ਗਿਆ? ਕਿਉਂ? ਕਿਉਂਕਿ ਜਿਹਦੇ ਨਾਲ ਰੱਜ ਆਉਣਾ ਸੀ ਉਹ ਤਾਂ ਸੁਣਿਆ ਹੀ ਨਹੀਂ। ਜੋ ਕੁਝ ਕਹਿਣ ਨਾਲ ਰੱਜ ਆਉਣਾ ਸੀ ਉਹ ਤੇ ਇਸ ਜ਼ੁਬਾਨ ਤੋਂ ਆਖਿਆ ਹੀ ਨਹੀਂ। ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਮਹਾਰਾਜ ਕਹਿੰਦੇ ਤੇਰੀ ਪਿਆਸ ਬੁਝਣੀ ਨਹੀਂ, ਕਿਉਂਕਿ ਤੂੰ ਹੋਰ ਹੋਰ ਰਸ ਆਖ ਰਹੀ ਹੈ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਉਦੋਂ ਤੱਕ ਪਿਆਸ ਨਹੀਂ ਜਾਣੀ ਜਦੋਂ ਤੱਕ ਹਰੀ ਦੇ ਰਸ ਨੂੰ ਪੱਲੇ ਨਹੀਂ ਪਾਇਆ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬੌੜ ਨਾ ਤ੍ਰਿਸ਼ਨਾ ਲਾਗਿਆ। ਮਹਾਰਾਜ ਕਹਿੰਦੇ ਫਿਰ ਮੁੱਕ ਜਾਣੀ। ਆਖਣ ਆਖ ਨ ਰੱਜੇ ਆ, ਸੁਣਨ ਨਾ ਰੱਜੇ ਕੰਨ। ਫਿਰ ਸੁਣਦਿਆਂ ਹੋਇਆਂ ਕੰਨ ਨਹੀਂ ਰੱਜੇ। ਇਹ ਸ਼ਰਵਣੋ ਮੇਰਿਓ ਸਾਚੇ ਸੁਣਨੇ ਨੋ ਪਠਾਏ। ਸਾਚੇ ਸੁਣਨੇ ਨੋ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ। ਜੋ ਕੁਝ ਸੁਣਨ ਨਾਲ ਰੱਜ ਆਉਣਾ ਸੀ ਉਹ ਤੇ ਸੁਣਿਆ ਹੀ ਨਹੀਂ। ਹੋਰ ਬਹੁਤ ਕੁਝ ਸੁਣਿਆ, ਕਿਸੇ ਦੂਜੇ ਦੀ ਚੁਗਲੀ ਨੂੰ ਬੜੇ ਧਿਆਨ ਨਾਲ ਸੁਣਿਆ, ਭਾਵੇਂ ਕੋਈ ਵਾਹ ਵਾਸਤਾ ਨਹੀਂ ਉਹਦੇ ਨਾਲ, ਪਰ ਮੈਨੂੰ ਪਤਾ ਲੱਗ ਜਾਏ ਕਿ ਉਹਦੇ 'ਚ ਕੀ ਘਾਟ ਆ, ਮੇਰੇ ਤੱਕ ਪਹੁੰਚ ਜਾਏ। ਅਤੇ ਫਿਰ ਉਹਨੂੰ ਸਾਂਭ ਕੇ ਰੱਖਿਆ ਅੰਦਰ। ਮੈਨੂੰ ਪਤਾ ਇਹਦੇ ਬਾਰੇ ਕੌਣ ਹੈ। ਮਹਾਰਾਜ ਕਹਿੰਦੇ ਜੋ ਸੁਣਨਾ ਸੀ ਉਹ ਸੁਣਿਆ ਨਹੀਂ, ਜਿਸ ਬਾਰੇ ਜਾਣਨਾ ਸੀ ਆਪਣੇ ਬਾਰੇ ਉਹ ਉਸ ਬਾਰੇ ਜਾਣਿਆ ਨਹੀਂ। ਰੱਜ ਕਿੱਥੋਂ ਆਏਗਾ? ਅੱਖੀਂ ਦੇਖ ਨਾ ਰੱਜੀਆਂ। ਅੱਖਾਂ ਦੇ ਨਾਲ ਬਹੁਤ ਕੁਝ ਵੇਖ ਲਿਆ, ਪਰ ਰੱਜ ਆ ਗਿਆ? ਨਹੀਂ ਆਇਆ। ਜੇ ਜੋ ਵੇਖਣ ਨਾਲ ਰੱਜ ਆਉਣਾ ਸੀ ਉਹ ਵੇਖਿਆ ਨਹੀਂ, ਕਿਉਂਕਿ ਉੱਥੇ ਤੇ ਮਹਾਰਾਜ ਆਖਦੇ ਇੱਕ ਛਿਨ ਦਾ ਦਰਸ਼ਨ ਮੇਰੇ ਵਾਸਤੇ ਰੱਜ ਹੈ। ਉਰਵਾਰ ਪਾਰ ਕੇ ਦਾਨੀਆਂ ਇੱਕ ਛਿਨ ਦਰਸ਼ ਦਿਖਾਏ ਜੀ। ਜਿਸ ਪਿਆਰੇ ਨੂੰ ਵੇਖਣ ਨਾਲ ਰੱਜ ਆਉਣਾ ਸੀ ਉਹ ਵੇਖਿਆ ਨਹੀਂ। ਬਾਬਾ ਫਰੀਦ ਸਾਹਿਬ ਜੀ ਨੇ ਆਖਿਆ, ਫਰੀਦਾ ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ। ਇਹ ਦੋਏ ਨੈਣਾ ਮਤ ਛੂਹੋ, ਪਿਰ ਦੇਖਣ ਕੀ ਆਸ। ਜਿਨ੍ਹਾਂ ਨੈਣਾਂ ਵਿੱਚ ਪਿਆਰੇ ਨੂੰ ਵੇਖਣ ਦੀ ਆਸ ਹੈ, ਬਾਬਾ ਫਰੀਦ ਸਾਹਿਬ ਕਹਿੰਦੇ ਵਿਕਾਰ ਉਹਨਾਂ ਨੈਣਾਂ ਨੂੰ, ਉਸ ਜੀਵਨ ਨੂੰ ਟੋਹ ਵੀ ਨਹੀਂ ਸਕਦੇ, ਭਾਵੇਂ ਸਾਰਾ ਕੁਝ ਖਾ ਜਾਣ, ਕਿਉਂਕਿ ਉਸ ਵਿਕਾਰਾਂ ਵਿੱਚ ਤਾਕਤ ਹੈ।
ਹਜ਼ੂਰ ਆਖਦੇ ਇਹਨਾਂ ਅੱਖਾਂ ਨਾਲ ਵੇਖ ਕੇ ਰੱਜ ਨਹੀਂ ਆਉਂਦਾ। ਗੁਣ ਗਾਹਕ ਇੱਕ ਵੰਨ ਕਦੋਂ ਤੱਕ, ਜਦੋਂ ਤੱਕ ਚੰਗੇ ਗੁਣ ਨਾਲ ਸਾਂਝ ਨਾ ਬਣੇ। ਭੁੱਖਿਆਂ ਭੁੱਖ ਨ ਉਤਰੈ, ਗੱਲੀ ਭੁੱਖ ਨਾ ਜਾਏ। ਇਹ ਭੁੱਖ ਉਤਰਦੀ ਨਹੀਂ, ਨਾ ਇਹ ਗੱਲਾਂ ਨਾਲ ਮੁੱਕਦੀ ਹੈ। ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ। ਹਜ਼ੂਰ ਕਹਿੰਦੇ ਭੁੱਖਾ ਕਦੋਂ ਰੱਜਦਾ, ਜਦੋਂ ਉਹ ਪਰਮੇਸ਼ਰ ਦੇ ਗੁਣ ਆਖਦਾ ਅਤੇ ਉਹਨਾਂ ਗੁਣਾਂ ਵਿੱਚ ਸਮਾ ਜਾਂਦਾ ਹੈ। ਹਜ਼ੂਰ ਕਿਰਪਾ ਕਰੇ ਸਤਿਗੁਰ ਦੀ ਬਾਣੀ ਸਾਡੇ ਜੀਵਨ ਦਾ ਆਧਾਰ ਆਸਰਾ ਬਣੇ। ਸਭਨਾਂ ਦੀ ਹਾਜ਼ਰੀ ਸੇਵਾ ਸਤਿਗੁਰ ਦਰ ਪ੍ਰਵਾਨ ਕਰਨ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ।